ਹੈਲੋ ਸਟੂਡੈਂਟਸ, ਹੁਣ ਆਪਾਂ ਕਰਨ ਜਾ ਰਹੇ ਹਾਂ ਕੰਟੀਨਿਊਟੀ ਦਾ 12ਵਾਂ ਲੈਕਚਰ। ਇਹਦੇ 'ਚ ਆਪਾਂ ਗੱਲ ਕਰਾਂਗੇ ਕੰਟੀਨਿਊਟੀ ਔਨ ਐਨ ਇੰਟਰਵਲ। ਤਾਂ ਪਹਿਲਾ ਜਿਹੜਾ ਪਾਰਟ ਹੈ ਉਹ ਹੈਗਾ ਕੰਟੀਨਿਊਟੀ ਔਨ ਐਨ ਓਪਨ ਇੰਟਰਵਲ। ਤਾਂ ਪਹਿਲਾਂ ਦੀ ਡੈਫੀਨੇਸ਼ਨ ਦੇਖਦੇ ਹਾਂ। ਅ ਫੰਕਸ਼ਨ ਐਫ ਇਜ਼ ਸੈਡ ਟੂ ਬੀ ਕੰਟੀਨਿਊਅਸ ਔਨ ਐਨ ਓਪਨ ਇੰਟਰਵਲ ਏ ਟੂ ਬੀ। ਇਹ ਓਪਨ ਇੰਟਰਵਲ ਦਾ ਸਿੰਬਲ ਆ ਗਿਆ, ਜਿਹੜੀਆਂ ਆਪਣੀਆਂ ਰਾਊਂਡ ਬ੍ਰੈਕਟਸ ਹੁੰਦੀਆਂ। if it is continuous at every point in the interval, ਜੇ ਉਸ ਇੰਟਰਵਲ ਦੇ ਸਾਰੇ ਪੁਆਇੰਟਸ ਦੇ ਉੱਪਰ ਕੋਈ ਫੰਕਸ਼ਨ ਆਪਣਾ ਕੰਟੀਨਿਊਸ ਹੈ ਉਹਨੂੰ ਆਪਾਂ ਬੋਲਾਂਗੇ ਕਿ ਫੰਕਸ਼ਨ ਜਿਹੜਾ ਹੈ ਦੈਟ ਇਜ਼ ਕੰਟੀਨਿਊਸ ਔਨ ਦਾ ਓਪਨ ਇੰਟਰਵਲ। ਜੇ ਉਸ ਇੰਟਰਵਲ ਦੇ ਸਾਰੇ ਪੁਆਇੰਟਸ ਤੇ ਕੰਟੀਨਿਊਸ ਹੈ। ਦੇਖੋ ਕੁਝ ਗ੍ਰਾਫ ਹੈ ਆਪਣੇ ਕੋਲੇ, ਜਿਵੇਂ ਇੱਕ ਸਟ੍ਰੇਟ ਲਾਈਨ ਹੈ, ਇੱਥੇ ਆਪਾਂ ਹੋਲੋ ਸਰਕਲ ਲਗਾ ਲਿਆ। ਤਾਂ ਆਪਾਂ ਦੇਖਿਆ ਕਿ 1 ਤੋਂ ਲੈ ਕੇ 4 ਤੱਕ 1 ਤੋਂ 4 ਤੱਕ ਸਾਡਾ ਗ੍ਰਾਫ ਕੀ ਹੈ, ਕੰਟੀਨਿਊਸ ਹੈ। ਤਾਂ ਅਸੀਂ ਲਿਖ ਸਕਦੇ ਹਾਂ ਕਿ ਸਾਡਾ ਫੰਕਸ਼ਨ ਜਿਹਦਾ ਵੀ ਇਹ ਗ੍ਰਾਫ ਬਣਿਆ ਉਹ ਕੀ ਹੈ, ਕੰਟੀਨਿਊਸ ਔਨ ਓਪਨ ਇੰਟਰਵਲ 1 to 4। ਇਸ ਤੋਂ ਬਾਅਦ ਸੈਕਿੰਡ ਗ੍ਰਾਫ ਦੇ ਵਿੱਚ ਦੇਖੋ, ਇਹ ਗ੍ਰਾਫ ਹੈ ਜਿਹੜਾ -2 ਤੋਂ ਲੈ ਕੇ 3 ਤੱਕ ਕੰਟੀਨਿਊਸ ਹੈ। ਇੱਥੇ ਮੈਂ ਡਾਰਕ ਕੀਤਾ, ਇੱਥੇ ਹੋਲੋ ਕੀਤਾ, ਬਟ ਆਪਾਂ ਜਿਹੜੀ ਗੱਲ ਕਰਦੇ ਪਏ ਹਾਂ ਉਹ ਓਪਨ ਇੰਟਰਵਲ ਦੀ ਕਰਦੇ ਪਏ ਹਾਂ। ਤਾਂ ਆਪਾਂ ਓਪਨ ਇੰਟਰਵਲ ਬਾਰੇ ਆਪਦੀ ਸਟੇਟਮੈਂਟ ਦੇਣੀ ਹੈ, ਠੀਕ ਹੈ। ਇਹਦੇ ਬਾਰੇ ਕੁਝ ਨਹੀਂ ਸੋਚਣਾ ਵੀ ਇੱਥੇ ਇਹਦੇ ਬਾਰੇ ਕੀ ਹੈ, ਉਹ ਆਪਾਂ ਅੱਗੇ ਗੱਲ ਕਰਾਂਗੇ। ਤਾਂ ਫਿਲਹਾਲ ਆਪਾਂ ਇਹ ਕਹਿ ਸਕਦੇ ਹਾਂ ਕਿ -2 ਤੋਂ ਲੈ ਕੇ 3 ਤੱਕ ਜਿੱਥੇ ਵੀ ਆਪਾਂ ਇਸ ਦੇ ਗ੍ਰਾਫ ਦੇ ਉੱਪਰ ਰਵਾਂਗੇ ਤਾਂ ਕਿਤੇ ਵੀ ਗ੍ਰਾਫ ਸਾਡਾ ਡਿਸਕੰਟੀਨਿਊਸ ਨਹੀਂ ਹੋ ਰਿਹਾ, ਕੰਟੀਨਿਊਸ ਹੀ ਹੈ ਸਾਰੇ ਕਿਤੇ। ਤਾਂ ਆਪਾਂ ਲਿਖ ਸਕਦੇ ਹਾਂ ਕਿ ਗ੍ਰਾਫ ਇਜ਼ ਜਾਂ ਫੰਕਸ਼ਨ ਇਜ਼ ਕੰਟੀਨਿਊਸ ਔਨ ਓਪਨ ਇੰਟਰਵਲ -2 to 3। ਨੈਕਸਟ ਇਹ ਵਾਲਾ ਜਿਹੜਾ ਗ੍ਰਾਫ ਹੈ, ਦੇਖੋ ਇੱਥੇ ਡਾਰਕ ਸਰਕਲ ਲਗਾਇਆ ਹੈ, ਤਾਂ ਫਿਰ ਇਹਨੂੰ ਆਪਾਂ ਅੱਗੇ ਗੱਲ ਕਰਾਂਗੇ ਇਹਦੀ। ਤਾਂ ਫਿਲਹਾਲ ਆਪਾਂ ਗੱਲ ਕਰਦੇ ਹਾਂ -2 ਤੋਂ ਲੈ ਕੇ 2 ਤੱਕ। ਤਾਂ -2 ਤੋਂ 2 ਤੱਕ ਇਹਨਾਂ ਦੇ ਵਿੱਚ ਜਿੰਨੇ ਵੀ ਪੁਆਇੰਟਸ ਹੈ ਉਹਨਾਂ ਸਾਰਿਆਂ 'ਤੇ ਗ੍ਰਾਫ ਸਾਡਾ ਕੰਟੀਨਿਊਸ ਹੈ। ਤਾਂ ਆਪਾਂ ਕਹਿ ਸਕਦੇ ਹਾਂ ਕਿ ਸਾਡਾ ਫੰਕਸ਼ਨ ਕੰਟੀਨਿਊਸ ਹੈ ਔਨ ਓਪਨ ਇੰਟਰਵਲ -2 to 2। ਓਪਨ ਇੰਟਰਵਲ ਤੇ ਕਲੋਜ਼ਡ ਇੰਟਰਵਲ ਆਪਾਂ ਪੜ੍ਹਦੇ ਹੀ ਹਾਂ +1 'ਚ। ਓਪਨ ਇੰਟਰਵਲ ਦਾ ਮਤਲਬ ਕਿ ਜਿਨ੍ਹਾਂ ਦੇ ਉੱਪਰ ਐਂਡ ਪੁਆਇੰਟਸ ਹੈ ਜਿਹੜੇ ਇਨਕਲੂਡਡ ਨਹੀਂ ਹੁੰਦੇਗੇ। ਕਲੋਜ਼ਡ ਇੰਟਰਵਲ ਉਹ ਹੁੰਦੇ ਆ ਜਿਨ੍ਹਾਂ 'ਚ ਐਂਡ ਪੁਆਇੰਟਸ ਵੀ ਇਨਕਲੂਡਡ ਹੁੰਦੇ ਆ। ਤਾਂ ਫਿਲਹਾਲ ਆਪਾਂ ਜਿਹੜੀ ਗੱਲ ਕੀਤੀ ਆ ਉਹ ਓਪਨ ਇੰਟਰਵਲ ਦੀ ਗੱਲ ਕੀਤੀ ਹੈ, ਜਿਹਦੇ 'ਤੇ ਐਂਡ ਪੁਆਇੰਟਸ ਹੈ ਜਿਹੜੇ ਉਹ ਇਨਕਲੂਡਡ ਨਹੀਂ ਹੈਗੇ। ਹੁਣ ਆ ਗਈ ਗੱਲ ਸੈਕਿੰਡ ਹੈ ਕੰਟੀਨਿਊਟੀ ਔਨ ਅ ਕਲੋਜ਼ਡ ਇੰਟਰਵਲ। ਅ ਫੰਕਸ਼ਨ ਐਫ ਇਜ਼ ਸੈਡ ਟੂ ਬੀ ਕੰਟੀਨਿਊਸ ਔਨ ਅ ਕਲੋਜ਼ਡ ਇੰਟਰਵਲ। ਆ ਦੇਖੋ ਕਲੋਜ਼ਡ ਇੰਟਰਵਲ ਵਾਸਤੇ ਬ੍ਰੈਕਟ ਆ ਗਈ ਆਪਣੀ ਦੂਸਰੀ a to b ਇਫ ਐਂਡ ਓਨਲੀ ਇਫ। ਤਾਂ ਕੰਟੀਨਿਊਸ ਕਲੋਜ਼ਡ ਇੰਟਰਵਲ ਤੇ ਹੋਣ ਵਾਸਤੇ ਕੀ ਚਾਹੀਦਾ? ਤਾਂ ਕਾਮਨ ਜੀ ਗੱਲ ਹੈ ਕਿ ਫੰਕਸ਼ਨ ਹੈ ਜਿਹੜਾ ਉਹ ਕੰਟੀਨਿਊਸ ਹੋਣਾ ਚਾਹੀਦਾ a to b ਓਪਨ ਇੰਟਰਵਲ ਵਾਸਤੇ, ਠੀਕ ਹੈ। ਕਿਉਂਕਿ ਰਸਤੇ 'ਚ ਤਾਂ ਪਹਿਲਾਂ ਪੂਰਾ ਰਸਤਾ ਟਰੈਵਲ ਕਰਾਂਗੇ a ਤੋਂ ਲੈ ਕੇ b ਤੱਕ, ਉੱਥੇ ਤਾਂ ਕੰਟੀਨਿਊਸ ਚਾਹੀਦਾ ਹੀ ਚਾਹੀਦਾ। ਫਿਰ ਉਸ ਤੋਂ ਬਾਅਦ ਕੀ ਹੈ, ਹੁਣ ਆਪਾਂ ਨੂੰ ਪਤਾ ਕਿ ਆਪਾਂ a ਨੂੰ ਵੀ ਇਨਵੋਲਵ ਕਰਨਾ, ਇੱਧਰੋਂ b ਨੂੰ ਵੀ ਇਨਵੋਲਵ ਕਰਨਾ, ਕਿਉਂਕਿ ਕਲੋਜ਼ ਇੰਟਰਵਲ ਦਾ ਮਤਲਬ ਇਹੀ ਹੁੰਦਾ। ਤਾਂ ਆਪਾਂ ਦੂਜੀ ਗੱਲ ਕਿਹੜੀ ਹੋਣੀ ਚਾਹੀਦੀ ਹੈ, ਦੇਖੋ ਲਿਮਿਟ x ਅਪਰੋਚਸ ਟੂ a ਪੋਜ਼ਿਟਿਵ f of x ਇਜ਼ ਇਕੁਅਲ ਟੂ f of a, ਜਿਹਨੂੰ ਕਿ ਆਪਾਂ ਪ੍ਰੀਵੀਅਸਲੀ ਇੱਕ ਲੈਕਚਰ 'ਚ ਕਿਹਾ ਵੀ ਸੀਗਾ ਕਿ ਇਹਨੂੰ ਬੋਲਿਆ ਜਾਂਦਾ ਹੈ ਫੰਕਸ਼ਨ ਦਾ ਰਾਈਟ ਕੰਟੀਨਿਊਸ ਹੋਣਾ ਐਟ x ਇਜ਼ ਇਕੁਅਲ ਟੂ a 'ਤੇ। ਤਾਂ ਦੂਜੀ ਗੱਲ ਇਹ ਹੋਣੀ ਜ਼ਰੂਰੀ ਹੈ। ਤੀਜੀ ਗੱਲ ਲਿਮਿਟ x ਅਪਰੋਚਸ ਟੂ b ਨੈਗੇਟਿਵ f of x ਇਜ਼ ਇਕੁਅਲ ਟੂ f of b, ਜਿਹਨੂੰ ਕਿ ਆਪਾਂ ਬੋਲਦੇ ਹਾਂ ਕਿ ਫੰਕਸ਼ਨ ਸਾਡਾ ਕੰਟੀਨਿਊਸ ਹੈ ਐਟ b, ਲੈਫਟ ਕੰਟੀਨਿਊਸ ਬੋਲਾਂਗੇ ਉਹਨੂੰ, ਠੀਕ ਹੈ। b ਤੇ ਲੈਫਟ ਕੰਟੀਨਿਊਸ ਹੈ। ਤਾਂ ਹੁਣ ਆਪਾਂ ਇੱਕ ਵਾਰੀ ਪੂਰੀ ਡੈਫੀਨੇਸ਼ਨ ਰਿਵਾਈਜ਼ ਕਰੀਏ ਕਿ ਕਲੋਜ਼ਡ ਇੰਟਰਵਲ ਤੇ ਫੰਕਸ਼ਨ ਕਦੋਂ ਕੰਟੀਨਿਊਸ ਹੁੰਦਾ ਹੈ। ਪਹਿਲੀ ਗੱਲ ਤਾਂ ਓਪਨ ਇੰਟਰਵਲ ਤੇ ਕੰਟੀਨਿਊਸ ਹੋਣਾ ਚਾਹੀਦਾ। ਫਿਰ ਉਸ ਤੋਂ ਬਾਅਦ ਲੈਫਟ ਕੰਟੀਨਿਊਸ ਹੋਣਾ, ਰਾਈਟ ਕੰਟੀਨਿਊਸ ਹੋਣਾ ਚਾਹੀਦਾ a ਤੇ ਲੈਫਟ ਕੰਟੀਨਿਊਸ ਹੋਣਾ ਚਾਹੀਦਾ b ਤੇ। ਹੁਣ ਗ੍ਰਾਫ ਦੇਖੀਏ ਆਪਾਂ ਕਲੋਜ਼ ਇੰਟਰਵਲ ਵਾਸਤੇ। ਤਾਂ ਇੱਥੋਂ ਆਪਾਂ ਇਸ ਤਰ੍ਹਾਂ ਗ੍ਰਾਫ ਬਣਾ ਲਿਆ, ਇੱਥੇ ਸਰਕਲ ਥੋੜ੍ਹੇ ਡਾਰਕ ਕੀਤੇ ਗਏ। ਤਾਂ ਹੁਣ ਆਪਾਂ ਕਹਿ ਸਕਦੇ ਹਾਂ ਕਿ ਪਹਿਲਾਂ ਗੱਲ ਕਰੀਏ ਓਪਨ ਇੰਟਰਵਲ ਦੀ, -1 ਤੋਂ 4 ਦੇ ਵਿੱਚ ਕੋਈ ਵੀ ਗ੍ਰਾਫ ਟੁੱਟ ਨਹੀਂ ਰਿਹਾ। ਤਾਂ ਇਹਦਾ ਮਤਲਬ ਓਪਨ ਇੰਟਰਵਲ -1 ਤੋਂ 4 'ਚ ਸਾਡਾ ਜਿਹੜਾ ਫੰਕਸ਼ਨ ਹੈ ਉਹ ਕੰਟੀਨਿਊਸ ਹੈ। ਉਸ ਤੋਂ ਬਾਅਦ ਗੱਲ ਕਰੀਏ -1 ਤੇ, ਦੇਖੋ -1 ਦਾ ਜਿਹੜਾ ਪੁਆਇੰਟ ਵੀ ਇਨਕਲੂਡਡ ਹੈ। ਅਤੇ ਇਹਦਾ ਮਤਲਬ -1 ਤੇ ਵੀ ਜਿਹੜਾ ਫੰਕਸ਼ਨ ਹੈ ਸਾਡਾ, ਇੱਧਰੋਂ ਜਾਈਏ ਆਪਾਂ -1 ਤੇ ਪੋਜ਼ੀਟਿਵ ਸਾਈਡ ਤੋਂ, ਅਤੇ -1 ਤੇ
ਤਾਂ ਆਪਾਂ ਕਹਿ ਸਕਦੇ ਹਾਂ ਫੰਕਸ਼ਨ ਹੈ ਜਿਹੜਾ ਸਾਡਾ ਉਹ ਰਾਈਟ ਕੰਟੀਨਿਊਸ ਹੈ ਕਿਹਦੇ ਤੇ ਏ ਤੇ, ਜਿਵੇਂ ਕਹਿੰਦੇ ਸੀ ਇੱਥੇ ਆਪਾਂ ਕਵਾਂਗੇ -1 ਤੇ। ਉਸੇ ਤਰ੍ਹਾਂ ਹੁਣ 4 ਤੇ ਚੈੱਕ ਕਰੀਏ ਤਾਂ 4 ਤੋਂ ਆਪਾਂ ਆ ਰਹੇ ਹਾਂ ਲੈਫਟ ਸਾਈਡ ਤੋਂ, ਠੀਕ ਹੈ। ਤਾਂ ਫੰਕਸ਼ਨ ਆਪਣਾ ਕੀ ਹੈ 4 ਤੇ ਲੈਫਟ ਸਾਈਡ ਤੋਂ ਵੀ ਕੰਟੀਨਿਊਸ ਹੈ। ਕਿਉਂ? ਕਿਉਂਕਿ 4 ਨੈਗੇਟਿਵ ਦੀ ਵੈਲਿਊ ਤੇ ਫੰਕਸ਼ਨ ਦੀ ਵੈਲਿਊ 4 ਤੇ ਦੋਨੇ ਆਪਸ ਕਿੰਨੀ ਹੈ ਬਰਾਬਰ ਹੈ, ਉਹ ਇੱਥੇ ਆ ਜਾਣਗੀ ਆਪਣੀ, ਠੀਕ ਹੈ। ਸੇਮ ਹੀ -1 ਵਾਸਤੇ ਸੀਗਾ ਕਿ -1 ਤੇ ਰਾਈਟ ਵਾਲੀ ਸਾਈਡ ਤੋਂ ਆਈਏ ਆਪਾਂ ਤੇ ਫੰਕਸ਼ਨ 'ਚ -1 ਭਰੀਏ, ਉਹਨਾਂ ਦੋਨਾਂ ਤੇ ਵੈਲਿਊ ਕਿੰਨੀ ਹੈ ਇਹ ਆ ਰਹੀ ਹੈ ਆਪਣੀ 0। ਤਾਂ ਇਹ ਆਪਣੀ ਹੋ ਗਈ ਕੰਟੀਨਿਊਟੀ ਔਨ ਅ ਕਲੋਜ਼ਡ ਇੰਟਰਵਲ ਦੀ ਗੱਲ। ਉਸ ਤੋਂ ਬਾਅਦ ਇੱਕ ਆਪਾਂ ਡਾਇਗਰਾਮ ਕਾਮਨ ਬਣਾਉਣ ਲੱਗੇ ਜਿਹਦੇ 'ਚ ਆਪਾਂ ਸਾਰੀਆਂ ਗੱਲਾਂ ਕਰਾਂਗੇ। ਦੇਖੋ ਇੱਕ ਸਟਰਕਚਰ ਜਿਹਾ ਬਣਾ ਲਿਆ। ਤਾਂ ਆਪਾਂ ਪਹਿਲਾਂ ਐਸ ਪੋਰਸ਼ਨ ਦੀ ਗੱਲ ਕਰੀਏ ਤਾਂ ਆਪਾਂ ਕਹਿ ਸਕਦੇ ਹਾਂ -6 ਤੋਂ -4 ਤੱਕ, ਇੱਥੇ ਜੇ ਰੱਖ ਲੈਣੇ ਇਹਨੂੰ, -6 ਤੋਂ -4 ਤੱਕ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਸਾਡਾ ਗ੍ਰਾਫ ਹੈ, ਠੀਕ ਹੈ, ਉਹ ਕੀ ਹੈ -6 ਤੋਂ -4 ਓਪਨ ਇੰਟਰਵਲ ਤੱਕ ਕੀ ਹੈ ਕੰਟੀਨਿਊਸ। ਫਿਰ ਚਲੀਏ ਐਸ ਪੋਰਸ਼ਨ ਵਾਸਤੇ ਤਾਂ ਆਪਾਂ ਕਹਿ ਸਕਦੇ ਹਾਂ -3 ਤੋਂ 3 ਤੱਕ, ਇੱਥੇ ਡਾਰਕ ਸਰਕਲ ਲੱਗੇ ਹੋਏ ਹੈ। ਤਾਂ ਇੱਥੋਂ ਇਸ ਤਰ੍ਹਾਂ ਬੋਲ ਸਕਦੇ ਹਾਂ ਕਿ ਫੰਕਸ਼ਨ ਸਾਡਾ ਕੰਟੀਨਿਊਸ ਹੈ ਔਨ ਕਲੋਜ਼ਡ ਇੰਟਰਵਲ -3 ਤੋਂ 3। ਫਿਰ ਇਸ 'ਤੇ ਚੱਲੀਏ, ਇੱਥੇ 3 ਤੇ ਓਪਨ ਹੈ ਤੇ ਇੱਧਰ ਗ੍ਰਾਫ ਉੱਪਰ ਨੂੰ ਚੱਲਿਆ ਇਨਫਿਨਿਟੀ ਵੱਲ ਨੂੰ, ਤਾਂ ਆਪਾਂ ਕਹਿ ਸਕਦੇ ਹਾਂ ਦੇਖੋ ਕੋਈ ਬ੍ਰੇਕ ਨਹੀਂ ਹੈਗੀ, ਤਾਂ ਆਪਾਂ ਕਹਿ ਸਕਦੇ ਹਾਂ ਫੰਕਸ਼ਨ ਸਾਡਾ ਕੰਟੀਨਿਊਸ ਹੈ ਔਨ ਓਪਨ ਇੰਟਰਵਲ 3 to ਇਨਫਿਨਿਟੀ। ਇੱਥੇ ਜਿੱਥੇ ਵੀ ਆਪਾਂ ਡਾਰਕ ਸਰਕਲ ਲਗਾਉਂਦੇ ਹਾਂ ਤਾਂ ਇਹਦੇ ਵਰੀ ਕਰਨ ਦੀ ਗੱਲ ਨਹੀਂ ਹੈਗੀ, ਇਹਦੇ ਨਾਲ ਆਪਾਂ ਕੁਝ ਹੋਰ ਇੰਟਰਵਲਸ ਵੀ ਡਿਸਕਸ ਕਰ ਸਕਦੇ ਹਾਂ। ਦੇਖੋ ਆਪਾਂ ਉੱਪਰ ਤਾਂ ਜਿਹੜਾ ਕੀਤਾ ਉਹ ਓਪਨ ਇੰਟਰਵਲ ਤੇ ਕਲੋਜ਼ਡ ਇੰਟਰਵਲ ਦੀ ਗੱਲ ਕੀਤੀ ਹੈ। ਇਹਦੇ ਨਾਲ ਆਪਾਂ ਨੂੰ ਪਤਾ ਹੈ ਇੱਕ ਸੈਮੀ ਕਲੋਜ਼ਡ ਤੇ ਸੈਮੀ ਓਪਨ ਟਰਮ ਇੰਟਰਵਲਸ ਵੀ ਹੁੰਦੀਆਂ ਆਪਣੇ ਕੋਲੇ, ਜਿਵੇਂ ਆ ਮੈਂ ਬਣਾਇਆ ਹੋਇਆ, ਇਹਨੂੰ ਸੈਮੀ ਕਲੋਜ਼ ਵੀ ਬੋਲ ਸਕਦੇ ਹਾਂ, ਸੈਮੀ ਓਪਨ, ਇਹਨੂੰ ਵੀ ਸੇਮ ਹੀ। ਤਾਂ ਜੇ ਆਪਾਂ ਜਿਵੇਂ ਉੱਪਰ ਡਿਸਕਸ ਕੀਤਾ ਹੈ ਓਪਨ ਕਲੋਜ਼, ਉਸੇ ਤਰ੍ਹਾਂ ਇਹਨਾਂ ਨੂੰ ਵੀ ਡਿਸਕਸ ਕਰ ਸਕਦੇ ਹਾਂ। ਜੇ ਹੁਣ ਆਪਾਂ ਥੋੜ੍ਹਾ ਹੋਰ ਬਰੀਕੀ 'ਚ ਜਾਈਏ ਤਾਂ ਇਹ ਜਿਹੜਾ ਹੈਗਾ, ਜੇ ਆਪਾਂ ਇਸ ਪੋਰਸ਼ਨ ਦੀ ਗੱਲ ਕਰੀਏ ਤਾਂ ਇਹ ਕਹਿ ਸਕਦੇ ਹਾਂ ਕਿ ਸਾਡਾ ਫੰਕਸ਼ਨ ਹੈ ਜਿਹੜਾ ਕੰਟੀਨਿਊਸ ਹੈ ਕਿਹਦੇ ਤੋਂ -6 ਤੋਂ ਕਲੋਜ਼ ਇੰਟਰਵਲ ਲਗਾ ਦਈਏ ਤੇ 4 ਤੇ ਲਗਾ ਦਈਏ ਓਪਨ ਇੰਟਰਵਲ, ਇਹ ਵੀ ਕਹਿ ਸਕਦੇ ਹਾਂ ਆਪਾਂ ਇੱਥੇ -6 ਤੇ ਲਗਾ ਦਈਏ ਕਲੋਜ਼ਡ ਇੰਟਰਵਲ ਕਿਉਂਕਿ ਡਾਰਕ ਸਰਕਲ ਹੈ ਤੇ 4 ਤੇ ਲਗਾ ਦਈਏ ਓਪਨ ਇੰਟਰਵਲ। ਆਪਾਂ ਉੱਪਰ ਵੀ ਬਣਾਇਆ ਗ੍ਰਾਫ, ਜਿਵੇਂ ਇਹਨੂੰ ਗੱਲ ਕਰ ਸਕਦੇ ਹਾਂ। ਇੱਥੇ ਹੁਣ ਤੁਸੀਂ ਦੇਖ ਸਕਦੇ ਹੋ -2 ਤੇ ਓਪਨ ਹੈ, 3 ਤੇ ਕਲੋਜ਼ਡ ਹੈ, ਤਾਂ ਇਹ ਲਿਖ ਸਕਦੇ ਹਾਂ ਕਿ ਸਾਡਾ ਜਿਹੜਾ ਫੰਕਸ਼ਨ ਹੈ -2 ਤੇ ਓਪਨ ਲਗਾ ਦਈਏ ਤੇ 3 ਤੇ ਕਲੋਜ਼ ਲਗਾ ਦਈਏ। ਇਸ ਤਰ੍ਹਾਂ ਵੀ ਲਿਖ ਸਕਦੇ ਹਾਂ ਕਿ ਫੰਕਸ਼ਨ ਸਾਡਾ ਕੰਟੀਨਿਊਸ ਹੈ ਇਸ ਇੰਟਰਵਲ ਵਾਸਤੇ। ਇਹਨੂੰ ਵੀ ਆਪਾਂ ਲਿਖ ਸਕਦੇ ਹਾਂ, ਦੇਖੋ -2 ਤੇ ਕਲੋਜ਼ ਹੈ, ਇੱਥੇ ਲਿਖ ਸਕਦੇ ਹਾਂ -2 ਤੇ ਡਾਰਕ ਕਲੋਜ਼ ਬ੍ਰੈਕਟ, ਠੀਕ ਹੈ, ਡਾਰਕ ਨਹੀਂ ਕਲੋਜ਼ ਬ੍ਰੈਕਟ, ਤੇ ਇੱਧਰ ਕਿੰਨਾ ਆ ਗਿਆ 2, ਇੱਥੇ ਓਪਨ। ਤਾਂ ਇਸ ਇੰਟਰਵਲ ਵਾਸਤੇ ਫੰਕਸ਼ਨ ਸਾਡਾ ਕੰਟੀਨਿਊਸ ਹੈ। ਤਾਂ ਸਾਰੇ ਜਿੰਨੇ ਵੀ ਇੰਟਰਵਲਸ ਆਪਾਂ ਪੜ੍ਹਦੇ ਹਾਂ ਰੀਅਲ ਨੰਬਰ ਸਿਸਟਮ ਦੇ, ਉਹਨਾਂ ਸਾਰਿਆਂ ਦਾ ਜ਼ਿਕਰ ਇਹਦੇ 'ਚ ਕਰ ਸਕਦੇ ਹਾਂ। ਜਿਵੇਂ ਇੱਥੇ ਮੈਂ ਕੁਝ ਲਿਖਿਆ ਹੈ, ਆ ਦੇਖੋ ਇਹ ਸੈਮੀ ਕਲੋਜ਼ ਸੈਮੀ ਓਪਨ ਇੱਕੋ ਗੱਲ ਹੈ, ਇਹਨਾਂ ਦੋਨਾਂ ਨੂੰ ਕਿਸੇ ਵੀ ਨਾਮ ਨਾਲ ਬੁਲਾ ਸਕਦੇ ਹਾਂ। ਇੱਥੇ ਲਿਖਿਆ A ਤੋਂ ਇਨਫਿਨਿਟੀ, ਜਿਹੜਾ ਮੈਂ ਇੱਥੇ ਜ਼ਿਕਰ ਕੀਤਾ ਸੀਗਾ 3 ਤੋਂ ਇਨਫਿਨਿਟੀ ਤੱਕ, ਠੀਕ ਹੈ। ਤਾਂ ਇਸ ਤਰ੍ਹਾਂ ਕਲੋਜ਼ ਇੰਟਰਵਲ ਵੀ ਹੋ ਸਕਦਾ, ਜੇ ਇੱਥੇ ਮੰਨ ਲਓ ਇੱਥੇ ਡਾਰਕ ਸਰਕਲ ਹੁੰਦਾ ਤੇ ਇਹ ਗ੍ਰਾਫ ਉੱਪਰ ਨੂੰ ਜਾਂਦਾ ਤਾਂ ਆਪਾਂ ਕੀ ਕਹਿੰਦੇ ਕਿ ਫੰਕਸ਼ਨ ਸਾਡਾ ਹੈਗਾ ਕਲੋਜ਼ਡ ਇੰਟਰਵਲ 3 ਤੋਂ ਓਪਨ ਇੰਟਰਵਲ ਇਨਫਿਨਿਟੀ ਤੱਕ ਕੀ ਹੈ ਕੰਟੀਨਿਊਸ ਹੈ। ਇਸੇ ਤਰ੍ਹਾਂ ਇਹ ਵਾਲੇ ਇੰਟਰਵਲਸ ਵੀ ਡਿਸਕਸ ਕੀਤੇ ਜਾ ਸਕਦੇ, -∞ ਟੂ B, -∞ ਟੂ B ਤੇ ਕਲੋਜ਼ਡ ਇੰਟਰਵਲ। ਇਹ ਸਾਰੀਆਂ ਰਲਦੀਆਂ ਮਿਲਦੀਆਂ ਗੱਲਾਂ ਹੀ ਹੈ। ਜੇ ਆਪਾਂ ਨੂੰ ਇਹ ਸਮਝ ਲੱਗ ਗਈ ਤਾਂ ਇਹ ਸਾਰਾ ਉਹਦੇ ਨਾਲ ਆਪਾਂ ਡਿਫਾਈਨ ਕਰ ਸਕਦੇ ਹਾਂ। ਥੈਂਕ ਯੂ ਸੋ ਮਚ ਫॉर ਵਾਚਿੰਗ।